पाकिस्तान के अंदर औरत तो औरत, अब मर्द की भी इज्जत महफूज नहीं। इस 14 साल नौजवान को 50 साल बूढ़े शख्स ने नशे का जूस पिलाकर बदफैली की। जैसे ही इस नौजवान को होश आया तो उसने उसका गलत आजाद दबाकर उसको जान से मार डाला। इस नौजवान ने उस शख्स को कैसे कत्ल किया और उसने इसके साथ बदफैली कैसे की, जानते हैं इस वीडियो में। नहीं उठिया मतलब तेरियां अखां खुलियां ने, बकौल तेरे तो बरहीना सी, तेरे कपड़े उतरे सन, ਹਾਫ ਕੱਪੜੇ ਉਤਰੇ ਹੋਏ ਸਨ, ਹਾਫ ਹੈਗੇ ਸੀ। ਉਹਦੇ ਕੀ ਵੀਡੀਓ ਵੇਖੀ ਸੀ ਤੂੰ? ਮਤਲਬ ਇੱਕ ਆਂਟੀ ਨਾਲ ਵੀ ਕਰ ਰਿਹਾ ਸੀ, ਇੱਕ ਬੱਚੇ ਨਾਲ ਵੀ ਕਰ ਰਿਹਾ ਸੀ। ਅੱਛਾ। ਠੀਕ ਹੈ, ਇਹ ਉਹਦੇ ਉੱਥੇ ਗੋਦਾਮ ਉਹਦੇ ਫੁੱਲ ਹੀ ਸਨ। ਉਹ ਯਾਨੀ ਕਿ ਕੰਪਲੀਟਲੀ अल्फनंगा सी वो शख्स। हाँ जी। अच्छा नाज़रीन, ये वो सफाक नौजवान लड़का है जिसने 50 साल शख्स को कत्ल किया है। कत्ल की वजह यह थी कि उसने इसके साथ बदफैली की है। बात करके जानते हैं कि वजह क्या था, मामला क्या था, उसने इसके साथ बदफैली कैसे की। ये तो जवान है, नौजवान है, एक बूढ़ा शख्स नौजवान से बदफैली कर कैसे सकता है। बात करते हैं। अस्सलाम वालेकुम। अस्सलाम वालेकुम। कितनी उम्र है? 14 साल। की नाम है? ਮੋਹਸਨ। मोहसन, ਜਿਹੜੇ ਬੰਦੇ ਨੇ ਤੇਰੇ ਨਾਲ ਬਦਫੈਲੀ ਕੀਤੀ ਹੈ ਉਹਦੀ ਕਿੰਨੀ ਉਮਰ ਸੀ? 47-50 ਸਾਲ ਉਮਰ ਹੋਣੀ ਹੈ। 50 ਸਾਲ ਉਮਰ ਹੈਗੀ ਸੀ ਉਹਦੀ? ਹਾਂਜੀ। ਬਜ਼ੁਰਗ ਸੀ? ਨਹੀਂ ਸਹੀ ਸੀ ਹਲ। 50 ਸਾਲ ਦਾ ਬੰਦਾ ਬਜ਼ੁਰਗ ਹੀ ਹੁੰਦਾ ਹੈ ਨਾ। ਨਹੀਂ ਮੇਰੇ ਨਜ਼ਰਾਂ 'ਚ ਤਾਂ ਉਹ ਠੀਕ ਸੀ, ਮਤਲਬ ਕਿ ਫਿੱਟ ਸੀ ਹਲੇ। ਫਿੱਟ ਸੀ। ਇੱਕ 50 ਸਾਲਾ ਬੰਦਾ ਇੱਕ ਨੌਜਵਾਨ ਮੁੰਡੇ ਨਾਲ ਕਿਵੇਂ ਬਦਫੈਲੀ ਕਰ ਸਕਦਾ ਹੈ? ਇੱਕ ਨੌਜਵਾਨ ਮੁੰਡੇ 'ਚ ਜ਼ਿਆਦਾ ਫੁਰਤੀ ਹੁੰਦੀ ਹੈ, ਜ਼ਿਆਦਾ ਤਾਕਤ ਹੁੰਦੀ ਹੈ, ਜ਼ਿਆਦਾ ਪਾਵਰ ਹੁੰਦੀ ਹੈ, ਉਹਦੇ ਨਾਲ ਕਿਵੇਂ ਜ਼ਿਆਦਤੀ ਕਰ ਗਿਆ, ਤੇਰੇ ਨਾਲ ਕਿਵੇਂ ਬਦਫੈਲੀ ਕਰ ਗਿਆ? ਮੈਨੂੰ ਉਹਨੇ ਨੌਕਰੀ ਦਾ ਝਾਂਸਾ ਦੇ ਕੇ ਘਰ ਬੁਲਾਇਆ ਸੀ। ਠੀਕ ਹੈ, ਤੇ ਉਹਨੇ ਕਿਹਾ ਕਿ ਮੇਜਰ ਸਾਹਿਬ ਆਪਣੇ ਆ ਰਹੇ ਨੇ, ਤੈਨੂੰ ਕੰਮ ਤੇ ਲੈ ਜਾਂਦੇ ਨੇ। ਠੀਕ ਹੈ। ਮੇਜਰ ਕੇ ਮੈਨੇਜਰ? ਮੇਜਰ ਹੈਗੇ ਨੇ ਉਹ, ਕਰਨਲ ਜਰਨਲ ਜਿਹੜੇ ਹੁੰਦੇ ਨੇ ਨਾ, ਮੇਜਰ। ਠੀਕ ਹੈ, ਮੈंने ਕਿਹਾ ਠੀਕ ਹੈ। ਉਹਦੇ ਨਾਲ ਮੈਂ ਕਮਰੇ 'ਚ ਬੈਠੇ ਰਹੇ ਹਾਂ। ਠੀਕ ਹੈ, ਤੇ ਮੈਂ ਉਹਨੂੰ ਕਿਹਾ ਮੈਨੂੰ ਪਿਆਸ ਲੱਗੀ ਤਾਂ ਜੂਸ ਲਿਆ ਦੇ। ਉਹਨੂੰ ਜੂਸ ਲਿਆ ਦਿੱਤਾ। ਉਹਨੇ 2-3 ਮਿੰਟ ਮੈਂ ਪੀਤਾ ਤੇ 2-3 ਮਿੰਟ ਬਾਅਦ ਨਾ ਮੈਨੂੰ ਬੇਹੋਸ਼ ਹੋ ਗਿਆ। ਮਤਲਬ ਕਿ ਚੱਕਰ ਜਿਹਾ ਇਹਨੇ ਡਿੱਗ ਪਿਆ। ਇਸ ਬੰਦੇ ਨਾਲ ਤੇਰੀ ਪਹਿਲੇ ਵੀ ਕਦੀ ਕੋਈ ਮੁਲਾਕਾਤ ਹੋਈ ਸੀ? ਹਾਂ, ਪਹਿਲੇ ਮੇਰੀ 3-4 ਮਹੀਨੇ ਤੋਂ ਮੁਲਾਕਾਤ ਚਾਰੀ ਵਿੱਚ। 3-4 ਮਹੀਨੇ ਦਾ ਤੁਹਾਡੀ ਮੁਲਾਕਾਤ ਨਹੀਂ, ਤੁਹਾਡਾ ਤਾਲੁਕ ਸੀ, ਇੱਕ ਅੱਛਾ ਤਾਲੁਕ ਸੀ। ਅੱਛਾ ਤਾਲੁਕ ਹੈ ਕਿ ਕੰਮ ਦੀ ਸਿਰਫ ਕੰਮ ਦਾ ਤਾਲੁਕ ਨਹੀਂ ਸੀ, ਤਾਲੁਕ ਉਹੀ ਸੀ ਜਿਹੜਾ ਲਾਸਟ ਤੇ ਐਕਸਪੋਜ਼ ਹੋਇਆ। ਹੁਣ ਤੇ ਤੂੰ ਕਹਾਣੀ ਪਾ ਰਿਹਾ ਨਾ ਕਿ ਉਹਨੇ ਆਖਰੀ 4 ਮਹੀਨੇ 'ਚ ਉਹਨੇ ਤੈਨੂੰ ਕੁਛ ਨਹੀਂ ਕਿਹਾ, ਹੁਣ ਜਾ ਕੇ ਉਹਨੇ ਤੈਨੂੰ ਜੂਸ ਪਿਆ ਕੇ ਤੇ ਤੇਰੇ ਨਾਲੋਂ ਬਦਫੈਲੀ ਕਰਨੀ ਸੀ ਉਹਨੇ। ਕਿਉਂਕਿ ਮੈਂ ਅੱਗੇ ਉਹਦੇ ਕੋਲ ਇੰਨਾ ਜਾ ਕੇ ਬਹਿੰਦਾ ਹੀ ਨਹੀਂ ਸੀ ਹੈਗਾ ਨਾ, ਗੱਲ ਸਿਰਫ ਜ਼ਿਆਦਾਤਰ ਫੋਨ ਤੇ ਹੀ ਰਾਬਤਾ ਰੱਖਦੇ। ਤੈਨੂੰ ਉਹਦੇ ਮੋਬਾਈਲ ਦੇ ਲੌਕ ਦਾ ਵੀ ਪਤਾ ਲੱਗ ਗਿਆ, ਉਹਦੇ ਮੋਬਾਈਲ ਦਾ ਫਲਾਣਾ ਲੌਕ ਹੈ। ਤੈਨੂੰ ਉਹਦੇ ਕੁਛ ਚੀਜ਼ਾਂ ਐਸੀਆਂ ਹੈਗੀਆਂ ਨੇ ਜੇ ਅਸੀਂ ਇੱਕ ਆਮ ਬੰਦੇ ਨੂੰ ਨਹੀਂ ਪਤਾ, ਤੈਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੈ। ਤੇ ਤੂੰ ਕਹਿ ਰਿਹਾ ਜੀ ਉਹਨੇ ਇਸ ਟਾਈਮ ਤੇ ਆ ਕੇ 4 ਮੰਥ ਬਾਅਦ ਵੀ ਉਹਨੇ ਤੇਰੇ ਨਾਲ ਬਦਫੈਲੀ ਕਰਨੀ ਸੀ। ਇਸ ਤੋਂ ਪਹਿਲੇ ਤੈਨੂੰ ਪਤਾ ਹੀ ਨਹੀਂ ਲੱਗਾ? ਪਤਾ ਕਿਵੇਂ ਲੱਗਦਾ ਜਦੋਂ ਉਹਦੇ ਕੋਲ ਮੈਂ ਜ਼ਿਆਦਾ ਜਾਂਦਾ ਹੀ ਨਹੀਂ ਸੀ, ਨਾ ਕੋਈ ਗੱਲ ਨਾ ਕਰਦਾ ਸੀ। ਜ਼ਿਆਦਾਤਰ ਅਸੀਂ ਉਹਦੇ ਗੋਦਾਮ ਹੀ ਹੈਗਾ ਸੀ ਬੱਟ ਦਾ, ਉੱਥੇ ਜਾ ਕੇ ਬਹਿੰਦੇ ਸੀ। ਦੋਸਤ ਇੱਕ ਹੋਰ ਮੇਰੇ ਨਾਲ ਹੁੰਦਾ ਸੀ। ਠੀਕ ਹੈ, ਤੇ 2-3 ਦੋਸਤ ਮੇਰੇ ਗਲੀ ਦੇ ਹੁੰਦੇ ਸਨ। ਅਸੀਂ 3-4 ਨੇ ਜਾਣਾ ਉੱਥੇ, ਮਤਲਬ ਉਹਦੇ ਕੋਲ ਬਹਿਣਾ। ਇੱਕ ਹੋਰ ਦੋਸਤ ਸੀ, ਉਹ ਵੀ ਜੋਬ ਲਈ ਤਿਆਰ ਹੋਇਆ ਸੀ। ਠੀਕ ਹੈ, ਤੇ ਜੋਬ ਕੀ ਸੀ, ਕਿਹੜੀ ਜੋਬ ਸੀ ਜਿਹਦੇ ਵਾਸਤੇ ਉਹ ਤੈਨੂੰ ਜੂਸ ਪਿਆ ਰਿਹਾ ਸੀ? ਤੇਰੀ ਉਹ ਮੈਂ ਕਹਿ ਰਿਹਾ ਕਿ ਤੇਰੀ ਮਹਿਮਾਨ ਨਵਾਜ਼ੀ ਕਰ ਰਿਹਾ ਸੀ। ਕੈਸੀ ਜੋਬ ਸੀ ਉਹ? ਕਿਹੜੀ ਜੋਬ ਸੀ? ਜੋਬ ਸੀ ਦੀਮਕ ਸਪਰੇ ਦੀ ਜੋਬ ਸੀ। ਅੱਛਾ। ਠੀਕ ਹੈ, ਤੇ ਮੈਂ ਕਰਨਲ ਦੀ ਮੇਜਰ ਦੀ ਆ ਗਈ ਸੀ। ਠੀਕ ਹੈ, ਅੱਛੀ ਸੈਲਰੀ ਸੀ, ਹਰ ਚੀਜ਼ ਅੱਛਾ ਸੀ। ਠੀਕ ਹੈ, ਤੇ ਮੈਨੂੰ ਨਹੀਂ ਸੀ ਪਤਾ ਕਿ ਬੰਦਾ ਇਸ ਤਰ੍ਹਾਂ ਦਾ ਹੈਗਾ। ਸਾਰੀ ਜੋਬ ਦੇ ਵਿੱਚ ਫਿਰ ਇਹ ਸੀਨ ਕਿੱਥੋਂ ਆ ਗਿਆ? ਤੇਰੇ ਨਾਲ ਬਦਫੈਲੀ ਕਰਨਾ, ਤੇਰੇ ਨਾਲ ਗਲਤ ਕੰਮ ਕਰਨਾ, ਫਿਰ ਉਹਦਾ ਕਤਲ ਹੋ ਜਾਣਾ। ਜੋਬ ਇੱਕ ਸਾਈਡ ਤੇ ਰਹਿ ਗਈ, ਬਦਫੈਲੀ ਇੱਕ ਸਾਈਡ ਤੇ ਰਹਿ ਗਈ। ਕੀ ਮਾਮਲਾ ਬਣਿਆ? ਇਹ ਫਿਰ ਜਦੋਂ ਉਹਨੂੰ ਮੈਂ ਮਾਰਤਾ, ਫਿਰ ਬਾਅਦ ਚ ਲੋਕਾਂ ਨੇ ਦੱਸਿਆ ਸੀ ਨਾ ਕਿ ਬੰਦਾ ਤੂੰ ਕਿਸਨੇ ਹੱਥ ਲੱਗ ਗਿਆ। ਠੀਕ ਹੈ, ਤੇ ਫਿਰ ਉਹ ਜ਼ਿਆਦਾਤਰ ਮੇਰੇ ਦੋਸਤ ਨੇ ਅੱਗੋਂ ਪਿੱਛੇ। ਮਾਰਿਆ ਕਿਵੇਂ ਸੀ, ਕੀ ਹੋਇਆ ਸੀ ਉਸ ਦਿਨ? ਜਿਸ ਦਿਨ ਤੈਨੂੰ ਮਾਰਿਆ ਉਸ ਦਿਨ ਦਾ ਕੀ ਵਾਕਿਆ ਹੈਗਾ ਸੀ? ਉਸ ਦਿਨ ਦਾ ਇਹ ਵਾਕਿਆ ਨਾ ਕਿ ਜਿਸ ਤਰ੍ਹਾਂ ਉਹ ਮਤਲਬ ਉੱਤੇ ਮਤਲਬ ਬੈਠਾ ਹੋਇਆ ਸੀ। ਠੀਕ ਹੈ, ਉਹਦੀ ਮੈਂ ਨਲਾਂ ਤੇ ਲੱਤਾਂ ਮਾਰੀਆਂ। ਨਹੀਂ ਕੀਤਾ ਉਹਨੇ ਕੀ ਸੀ? ਲੱਤਾਂ ਤੇ ਤੋਂ ਬਾਅਦ ਚ ਮਾਰੀਆਂ ਨਾ, ਉਸ ਤੋਂ ਪਹਿਲੇ ਕੀ ਹੋਇਆ ਸੀ? ਜੂਸ ਪਵਾਇਆ, ਉਸ ਤੋਂ ਬਾਅਦ ਕੀ ਹੋਇਆ? ਉਹਦੇ ਬਾਅਦ ਇਹੀ ਕਿ ਉਹਨੇ ਨਾ ਮੈਨੂੰ ਹੋਸ਼ ਸੀ। ਅੱਛਾ। ਠੀਕ ਹੈ, ਜਦੋਂ ਮਤਲਬ ਆਪਣੀ ਮੈਂ ਹੋਸ਼ 'ਚ ਆਇਆ। ਠੀਕ ਹੈ, ਤੇ ਉਹ ਮੇਰੇ ਟੰਗਾਂ ਨੂੰ ਹਿਲਾ ਰਿਹਾ ਸੀ। ਠੀਕ ਹੈ, ਤੇ ਜਿਸ ਤਰ੍ਹਾਂ ਮਤਲਬ ਕਿ ਅੱਖ ਮੇਰੀ ਖੁੱਲੀ ਹੈ ਤੇ ਮੈਂ ਉਹ ਸਮਝ ਲਓ ਕਿ ਮੇਰੇ ਜਿਹੜੇ ਪੈਰਾਂ ਦੇ ਕੋਲ ਬੈਠਾ ਸੀ, ਮੈਂ ਉਸ ਤਰ੍ਹਾਂ ਹੀ ਉੱਠਿਆ। ਮਤਲਬ ਤੇਰੀਆਂ ਅੱਖਾਂ ਖੁੱਲੀਆਂ ਨੇ, ਬਕੌਲ ਤੇਰੇ ਤੋਂ ਬਰਹੀਨਾ ਸੀ, ਤੇਰੇ ਕੱਪੜੇ ਉਤਰੇ ਸਨ? ਹਾਫ ਕੱਪੜੇ ਉਤਰੇ ਹੋਏ ਸਨ, ਹਾਫ ਹੈਗੇ ਉਹਦੇ ਫੁੱਲ ਹੀ ਸਨ। ਉਹ ਯਾਨੀ ਕਿ ਕੰਪਲੀਟਲੀ ਅਲਫਨੰਗਾ ਸੀ ਉਹ ਸ਼ਖਸ? ਹਾਂਜੀ। ਯਾਨੀ ਕਿ ਤੇਰੇ ਬਕੌਲ ਉਹ ਸ਼ਖਸ ਤੈਨੂੰ ਜੂਸ ਪਿਆ ਕੇ ਨਸ਼ੇ ਵਾਲਾ ਤੇਰੇ ਕੱਪੜੇ ਉਤਾਰ ਕੇ, ਆਪਣੇ ਕੱਪੜੇ ਉਤਾਰ ਕੇ ਤੇਰੇ ਨਾਲੋਂ ਬਦਫੈਲੀ ਕਰ ਰਿਹਾ ਸੀ। ਸ਼ਾਇਦ ਰੱਬ ਨੂੰ ਜਾਣਦਾ ਕਰ ਰਿਹਾ ਸੀ ਕਿ ਨਹੀਂ ਵੀ ਕਰ ਰਿਹਾ ਸੀ। ਤੈਨੂੰ ਪਤਾ ਹੋਏਗਾ ਨਾ, ਰੱਬ ਨੂੰ ਤੇ ਸਭ ਪਤਾ ਹੈ। ਇਹ ਤੇ ਤੇਰੇ ਨਾਲ ਬੀਤੀ ਹੈ, ਤੂੰ ਉਹਦਾ ਕਤਲ ਕੀਤਾ, ਤੈਨੂੰ ਤਾਂ ਪਤਾ ਹੋਣਾ ਨਾ ਕਿ ਉਹ ਤੇਰੇ ਨਾਲ ਉਹਨੇ ਕੀ ਗੇਮ ਪਾਈ ਹੈ। ਤੇ ਕਤਲ ਦੇ ਪਿੱਛੇ ਹੀ ਵਜ੍ਹਾ ਹੁੰਦੀ ਹੈ ਜੇ ਕਰ ਰਿਹਾ ਹੋਏਗਾ। ਤੂੰ ਕਰ ਰਿਹਾ ਹੋਏਗਾ ਜਾਂ ਕੀਤਾ ਤੂੰ ਦੱਸਣਾ ਨਾ। ਤੇ ਆਹੋ ਉਹਨੇ ਤੇ ਇਹ ਗੱਲ ਤੇ ਠੀਕ ਹੈ ਨਾ, ਜੇ ਕੀਤਾ ਵੀ ਹੈ। ਠੀਕ ਹੈ, ਕੀਤਾ ਸੋ ਤੇ ਕਿੰਨੀ ਦਫਾ ਇਸ ਤੋਂ ਪਹਿਲੇ ਵੀ ਕਦੀ ਤੇਰੇ ਨਾਲ ਇਸ ਤਰ੍ਹਾਂ ਦਾ ਕੋਈ ਸੀਨ ਕੀਤਾ? ਜੇ ਇਸ ਤੋਂ ਪਹਿਲੇ ਕੀਤਾ ਹੁੰਦਾ ਉਹਨੇ ਤੇ ਮੈਂ ਉਹਦੇ ਕੋਲ ਜਾਣਾ ਸੀ ਲਾਜ਼ਮੀ। ਅੱਛਾ। ਠੀਕ ਹੈ, ਇਹ ਲਾਸਟ ਟਾਈਮ ਮਾਰਨਾ ਲਾਜ਼ਮੀ ਸੀ ਉਹਨੂੰ।
ਜੇ ਮੈਨੂੰ ਪਤਾ ਹੁੰਦਾ ਕਿ ਇਹ 4 ਮਹੀਨੇ ਦਾ ਤਾਲੁਕ ਸੀ ਉਸ ਬੰਦੇ ਨਾਲ 4 ਮਹੀਨੇ ਦਾ ਤਲਕ ਇਸ ਤਰ੍ਹਾਂ ਦਾ ਨਹੀਂ ਸੀ 4 ਮਹੀਨੇ ਦਾ ਤਲਕ ਇਸ ਤਰ੍ਹਾਂ ਹੀ ਕਿ ਪਹਿਲੇ ਮਹੀਨੇ ਅਸੀਂ ਮਿਲੇ ਆ ਠੀਕ ਹੈ 2-3 ਦਫਾ ਅਸੀਂ ਰਾਬਤਾ ਹੋਇਆ ਉਹਨੇ ਕਿਹਾ ਕਿ 10 ਦਿਨਾਂ ਬਾਅਦ ਆਈ ਮੇਜਰ ਸਾਹਿਬ ਗਏ ਨੇ ਕਾਲਾ ਸ਼ਾਕੂ ਸਿਆਲਕੋਟ ਗਏ ਨੇ ਠੀਕ ਹੈ ਉਧਰੋਂ ਆਏ ਫਿਰ 2 ਮਹੀਨੇ ਮੈਨੂੰ ਇੱਕ ਗੱਲ ਦਾ ਜਵਾਬ ਦੇ 4 ਮਹੀਨੇ ਤੋਂ ਤੁਸੀਂ ਇਕੱਠੇ ਰਹੇ ਹੋ ਤੈਨੂੰ ਉਹਦੇ ਮੋਬਾਈਲ ਦਾ ਲੌਕ ਦਾ ਵੀ ਪਤਾ ਸੀ ਕਈ ਕਹਾਣੀ ਇਸ ਤਰ੍ਹਾਂ ਤਾਂ ਨਹੀਂ ਹੈਗੀ ਕਿ 4 ਮਹੀਨੇ ਤੁਹਾਡਾ ਪਹਿਲੇ ਵੀ ਇਹ ਸਾਰਾ ਸਿਸਟਮ ਹੋਵੇ ਤੂੰ ਹੱਸੀ ਖੁਸ਼ੀ ਦੇ ਨਾਲ ਕਰਦਾ ਰਿਹਾ ਹੋਵੇਂ ਐਂਡ ਤੇ ਆ ਕੇ ਜਿਹੜਾ ਉਹਨੇ ਤੈਨੂੰ ਲਾਲਚ ਦਿੱਤਾ ਸੀ ਜਾਂ ਹੋ ਸਕਦਾ ਪੈਸਿਆਂ ਦਾ ਲਾਲਚ ਹੋ ਸਕਦਾ ਨੌਕਰੀ ਦਾ ਲਾਲਚ ਉਹ ਨੌਕਰੀ ਤੈਨੂੰ ਨਾ ਮਿਲੀ ਹੋਵੇ ਫਿਰ ਤੈਨੂੰ ਗੁੱਸਾ ਆਇਆ ਕਿ 4 ਮਹੀਨੇ ਮੈਨੂੰ ਇਸਤੇਮਾਲ ਕਰਦਾ ਰਿਹਾ 4 ਮਹੀਨੇ ਦਾ ਮੇਰੇ ਨਾਲ ਰਿਲੇਸ਼ਨ ਰਿਹਾ ਇੱਕ ਫਿਜ਼ੀਕਲ ਹੁੰਦਾ ਰਿਹਾ ਤੇ ਇਹਨੇ ਐਂਡ ਤੇ ਆ ਕੇ ਮੈਨੂੰ ਧੋਖਾ ਦਿੱਤਾ ਤੂੰ ਕਤਲ ਕਰਤਾ ਹੋਵੇ ਆਹ ਕਹਾਣੀ ਤਾਂ ਨਹੀਂ ਹੈਗੀ ਇਹ ਜੇ ਕਹਾਣੀ ਹੁੰਦੀ ਤੇ ਅੱਲਾ ਦੇ ਹੁਕਮ ਨਾਲ ਅਸੀਂ ਵੱਟੂ ਹੁੰਨੇ ਆ ਠੀਕ ਹੈ ਕਿਤੇ ਕਿਸੇ ਤੋਂ ਡਰਦੇ ਨਹੀਂ ਹੈ ਸਿਵਾਏ ਰੱਬ ਤੋਂ ਠੀਕ ਹੈ ਇਹ ਸਾਡੀ ਨਸਲਾਂ 'ਚ ਹੈ ਤੇ ਰੱਬ ਦਾ ਸ਼ੁਕਰ ਹੈ ਠੀਕ ਹੈ ਸਾਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਸੀ ਠੀਕ ਹੈ ਤੇ ਸਿਰਫ ਮੈਂ ਆਪਣੀ ਫਿਊਚਰ ਲਈ ਠੀਕ ਹੈ ਉਸ ਬੰਦੇ ਦਾ ਫਿਊਚਰ ਬਣ ਗਿਆ ਤੇਰਾ ਫਿਊਚਰ ਨਾ ਵੀ ਬਣਿਆ ਕੋਈ ਨਹੀਂ ਰੱਬ ਬਣਾ ਦੇਗਾ ਹੁਣ ਬਣ ਗਿਆ ਵੈਸੇ ਫਿਊਚਰ ਰੱਬ ਨੇ ਤਾਂ ਬਣਾਤਾ ਆ ਫਿਊਚਰ ਹੈ ਤੇਰਾ ਆ ਤੇਰੇ ਨਸੀਬਾਂ 'ਚ ਲਿਖੀਆਂ ਗਈਆਂ ਨੇ ਚੂੜੀਆਂ ਕੋਈ ਗੱਲ ਨਹੀਂ ਰੱਬ ਖੈਰ ਇਹਨਾਂ ਨੂੰ ਭਲਾ ਕਿੰਨੀਆਂ ਚੂੜੀਆਂ ਕਹਿੰਦੇ ਨੇ ਜਿੰਨੀਆਂ ਵੀ ਕਹਿੰਦੇ ਹੁਣ ਕੋਈ ਨਹੀਂ ਇਹਨਾਂ ਨੂੰ ਭਲਾ ਕਿੰਨੀਆਂ ਚੂੜੀਆਂ ਕਹਿੰਦੇ ਨੇ ਪਤਾ ਤੈਨੂੰ ਨਹੀਂ ਪਤਾ। ਵੱਟੂ ਹੁੰਨੇ ਆ ਵੱਟੂ ਅਸੀਂ ਹੁੰਨੇ ਆ ਤੇ ਵੱਟੂਆਂ ਨੂੰ ਇਜਾਜ਼ਤ ਹੈ ਕਿ ਕਤਲ ਕਰ ਲੈਣਾ ਇਜਾਜ਼ਤ ਨਹੀਂ ਹੈ ਇਜਾਜ਼ਤ ਨਹੀਂ ਹੈ ਪ੍ਰਾਊਡ ਹੋ ਰਿਹਾ ਇਹ ਖੁਸ਼ੀ ਤੈਨੂੰ ਮਹਿਸੂਸ ਹੋ ਰਹੀ ਹੈ ਕਿ ਤੂੰ ਕਤਲ ਕਰਕੇ ਆ ਗਿਆ ਇੱਕ ਇਨਸਾਨ ਦਾ ਕਤਲ ਕਰਕੇ ਨਹੀਂ ਆਇਆ ਉਹਨੇ ਮੇਰੀ ਇੱਜ਼ਤ ਲਈ ਹੈ ਅੱਛਾ ਠੀਕ ਹੈ ਇਸੇ ਲਈ ਕਤਲ ਕੀਤਾ ਹੈ। ਅੱਛਾ ਜੀ ਠੀਕ ਹੈ ਉਹਨੇ ਤੇਰੀ ਇੱਜ਼ਤ ਲਈ ਹੈ ਤੇਰਾ ਉਹਦੇ ਨਾਲ ਕੋਈ ਰਿਲੇਸ਼ਨ ਹੈਗਾ ਸੀ ਨਹੀਂ 4 ਮਹੀਨੇ ਪੁਰਾਣਾ ਤੇ ਉਹਨੇ ਤੇਰੀ ਇੱਜ਼ਤ 4 ਮਹੀਨੇ ਪੁਰਾਣਾ ਐਸਾ ਤਲਕ ਨਹੀਂ ਸੀ ਜੋ ਉਹਨੇ ਉਸ ਰਾਤ ਨੂੰ ਕੀਤਾ ਸੀ ਠੀਕ ਹੈ ਤੋ ਇੱਕ ਦੋਸਤ ਵੀ ਸੀ ਮੇਰੇ ਨਾਲ ਠੀਕ ਹੈ ਤੇ ਜਿਹਨੇ ਕੰਮ ਤੇ ਲੱਗਣਾ ਸੀ ਉਹ ਉਹਦਾ ਹਮਸਾਇਆ ਹੀ ਸੀ ਅੱਛਾ ਠੀਕ ਹੈ ਫਿਰ ਲੋਕਾਂ ਨੇ ਤੈਨੂੰ ਕੀ ਦੱਸਿਆ ਕਿ ਜਿਹੜਾ ਬੰਦਾ ਹੈ ਲੌਂਡੇ ਬਾਜ਼ ਹੈ ਕੀ ਕਹਾਣੀ ਸੁਣਾਈ ਫਿਰ ਤੂੰ ਲੋਕਾਂ ਨੇ ਤੈਨੂੰ ਕੀ ਕਿਹਾ ਮੈਨੂੰ ਜਦੋਂ ਮੈਂ ਮਾਰ ਕੇ ਮਤਲਬ ਕਿ ਸੈਰ ਤੇ ਹੋ ਗਿਆ ਠੀਕ ਹੈ ਉਹਦੇ ਬਾਅਦ ਇੱਕ ਮੇਰਾ ਦੋਸਤ ਆਇਆ ਉਹਨੇ ਕਿਹਾ ਯਾਰ ਉਹ ਬੰਦੇ ਦਾ ਕਤਲ ਹੋ ਗਿਆ ਮੈਨੂੰ ਕੀ ਪਤਾ ਕਿਹਨੇ ਕੀਤਾ ਹੋਣਾ ਤੇ ਮੈਂ ਫਿਰ ਜਦੋਂ ਉਹਦੀ ਵੀਡੀਓ ਵੇਖੀ ਏ ਠੀਕ ਹੈ ਮੈਂ ਪਰੇਸ਼ਾਨ ਹੋਇਆ ਕਿ ਇਸ ਤਰ੍ਹਾਂ ਦਾ ਬੰਦਾ ਸੀ ਠੀਕ ਹੈ ਉਹਦੀ ਕੀ ਵੀਡੀਓ ਵੇਖੀ ਸੀ ਤੂੰ ਮਤਲਬ ਇੱਕ ਆਂਟੀ ਨਾਲ ਵੀ ਕਰ ਰਿਹਾ ਸੀ ਇੱਕ ਬੱਚੇ ਨਾਲ ਵੀ ਕਰ ਰਿਹਾ ਸੀ ਠੀਕ ਹੈ ਇਹ ਉਹਦੇ ਉੱਥੇ ਗੋਦਾਮ ਦੇ ਵਿੱਚ ਇੱਕ ਬੰਦਾ ਹੈਗਾ ਬੱਟ ਇਹਨਾਂ ਨੇ 3 ਤੋਂ 4 ਦਿਨ ਪਹਿਲੇ ਇੱਕ ਔਰਤ ਲਿਆਂਦੀ ਉਹਦੇ ਨਾਲ ਰਾਤ ਨੂੰ ਬਦਫੈਲੀ ਕਰਦੇ ਰਹੇ ਨੇ ਠੀਕ ਹੈ ਉਹ ਇੱਥੇ ਆ ਕੇ ਬਿਆਨ ਦੇ ਗਿਆ ਬੱਟ ਬੰਦਾ ਠੀਕ ਹੈ ਉਹ ਮਤਲਬ ਕਿ ਜ਼ਿਆਦਾ ਉਮਰ ਦਾ ਹੈ ਜਦੋਂ ਇਹਨੇ ਤੇਰੇ ਨਾਲ ਬਦਫੈਲੀ ਕੀਤੀ ਤੇਰੇ ਨਾਲ ਗਲਤ ਕੰਮ ਕੀਤਾ ਤੇਰੇ ਵੀ ਕੋਈ ਵੀਡੀਓ ਕੋਈ ਤਸਵੀਰ ਬਣਾਈ ਹੈ ਮੇਰੀ ਤਸਵੀਰ ਬਣਾਈ ਸੀ ਉਹਨੇ ਠੀਕ ਹੈ ਮੈਂ ਆਪਣੀ ਉੱਥੇ ਰੀਸੈਟ ਮਾਰਤਾ ਮਤਲਬ ਕਿ ਰੀਸੈਟ ਮਾਰਿਆ ਮੈਂ ਮੋਬਾਈਲ ਰੱਖਤਾ ਅੱਛਾ ਤਸਵੀਰਾਂ ਬਣਾ ਕੇ ਕਰਦਾ ਕੀ ਸੀ ਤੈਨੂੰ ਬਲੈਕਮੇਲ ਕਰਨਾ ਸੀ ਨੇ ਬਾਅਦ 'ਚ ਸ਼ਾਇਦ ਬਲੈਕਮੇਲ ਕਰਨਾ ਹੋਏਗਾ ਕੁਝ ਵੀ ਕਰਨਾ ਹੋਏਗਾ ਮੈਨੂੰ ਨਹੀਂ ਨਾ ਪਤਾ ਸੀ ਨਾਮ ਕੀ ਦੱਸਿਆ ਜੀ ਸਾਜਦ ਸਾਜਦ ਮੈਨੂੰ ਇਹ ਦੱਸ ਹਾਲੇ ਮੇਰਾ ਨਾਮ ਮੋਹਸਨ ਹੈ ਉਹਦਾ ਨਾਮ ਸਾਜਦ ਸੀ ਅੱਛਾ ਮੋਹਸਨ ਮੈਨੂੰ ਇਹ ਦੱਸ ਸਟਾਰਟਿੰਗ ਹੈ ਤੇਰੀ ਜਵਾਨੀ ਹਾਲੇ ਤਾਜ਼ਾ ਖੂਨ ਹੈ ਤੈਨੂੰ ਪਤਾ ਨਹੀਂ ਕਿ ਸਹੀ ਗਲਤ ਕੀ ਹੈ ਹੱਥ ਕੜੀਆਂ ਲੱਗ ਗਈਆਂ ਨੇ ਕੀ ਫਿਊਚਰ ਹੈ ਤੇਰਾ ਫਿਊਚਰ ਇਹੀ ਨਹੀਂ ਅੱਲਾ ਦੇ ਹੁਕਮ ਨਾਲ ਜਿਸ ਤਰ੍ਹਾਂ ਦਾ ਮੇਰਾ ਵਕੂਆ ਹੈ ਨਾ ਮਤਲਬ ਕਿ ਜਿਸ ਤਰ੍ਹਾਂ ਜ਼ਿਆਦਤੀ ਕੀਤੀ ਹੈ ਜੱਜ ਨੂੰ ਵੀ ਪਤਾ ਹੋਏਗਾ ਕਿ ਬੱਚੇ ਦਾ ਫਿਊਚਰ ਹੈ ਬੱਚੇ ਨੇ ਆਪਣੀ ਇੱਜ਼ਤ ਦੀ ਖਾਤਰ ਮਾਰਿਆ ਠੀਕ ਹੈ ਇਨਸ਼ਾਅੱਲਾ ਮੈਨੂੰ ਰਿਆ ਕਰ ਦੇਣਗੇ ਘਰ ਵਾਲੇ ਪਿੱਛੇ ਆਂਦੇ ਨੇ ਘਰ ਵਾਲੇ ਅਲਹਮਦੁਲਿਲਾ ਪਿੱਛੇ ਆਂਦੇ ਨੇ ਕੀ ਕਹਿ ਕੇ ਜਾਂਦੇ ਨੇ ਉਹ ਕਿਹਾ ਕਿ ਬੇਟਾ ਟੈਨਸ਼ਨ ਨਹੀਂ ਲੈਣੀ ਠੀਕ ਹੈ ਤੇ ਮੈਂ ਉਹਨਾਂ ਨੂੰ ਕਹਿਣਾ ਪਾਪਾ ਜੀ ਤੁਸੀਂ ਨਹੀਂ ਲੈਣੀ ਜੋ ਲਿਖਿਆ ਸੀ ਨਸੀਬਾਂ 'ਚ ਹੋ ਗਿਆ ਤੇ ਮੈਂ ਆਪਣੀ ਇੱਜ਼ਤ ਦੀ ਖਾਤਰ ਕੀਤਾ ਨਾ ਕਿ ਪੈਸਿਆਂ ਦੀ ਨਾ ਕਿਸੇ ਦੀ ਲਾਲਚ ਦੀ ਵਜ੍ਹਾ ਤੋਂ ਠੀਕ ਹੈ ਨੌਜਵਾਨ ਮੁੰਡਾ ਹੈ ਤੂੰ ਤੇਰੀ ਵੀ ਇੱਜ਼ਤ ਮਹਿਫੂਜ਼ ਨਹੀਂ ਪਾਕਿਸਤਾਨ 'ਚ ਹੈ ਨਹੀਂ ਵੀ ਹੈ ਤਾਂ ਕੋਈ ਨਹੀਂ ਅਸੀਂ ਅਗਲੇ ਦੀ ਤੇ ਨਹੀਂ ਉਹਨੂੰ ਜਾਨ ਹੀ ਨਹੀਂ ਰਹਿਣ ਦਿੱਤੀ ਆਪਣੀ ਇੱਜ਼ਤ ਹੀ ਲਈ ਉਹਨੂੰ ਖੁਸ਼ੀ ਹੋ ਰਹੀ ਵੈਸੇ ਬੜਾ ਤੈਨੂੰ ਦਿਲੀ ਤਸਕੀਨ ਮਿਲਿਆ ਕਿ ਤੈਨੂੰ ਕਤਲ ਕਰਤਾ ਕਤਲ ਕਰਤਾ ਜਾਂ ਲਿਖਿਆ ਸਾਡੇ ਹੱਥੋਂ ਸੀ ਜੋ ਉਹਨੇ ਕਰਨਾ ਸੀ ਕਤਲ ਕਰਨ ਤੋਂ ਬਾਅਦ ਦਿਲ 'ਚ ਡਰ ਨਹੀਂ ਆਇਆ ਖੌਫ ਨਹੀਂ ਆਇਆ ਕਿ ਮੈਂ ਕਤਲ ਕਰ ਬੈਠਾ ਇਹਦਾ ਅੰਜਾਮ ਭੁਗਤਣਾ ਪਏਗਾ ਸਾਰੀ ਉਮਰ ਜੇਲ੍ਹਾਂ 'ਚ ਗੁਜ਼ਰੇਗੀ ਕੋਈ ਡਰ ਖੌਫ ਪਤਾ ਹੀ ਨਹੀਂ ਸੀ ਹੈ ਜੇਲ੍ਹਾਂ 'ਚ ਜਾਣਾ ਵੀ ਹੈ ਕਿ ਨਹੀਂ ਜਾਣਾ ਕਾਨੂੰਨ ਦਾ ਪਤਾ ਸੀ ਤੂੰ ਰੋਟੀ ਨੂੰ ਚੋਚੀ ਕਹਿਣਾ ਪਤਾ ਕੰਨ ਲੋ ਬੁਰਕੀ ਪਾਣਾ ਮੂੰਹ ਤੇ ਬੁਰਕੀ ਹਰ ਕੋਈ ਬੰਦਾ ਪਾਉਂਦਾ ਤਾਂ ਪਤਾ ਸੀ ਨਾ ਕਿ ਕਤਲ ਕਰੀਏ ਕੋਈ ਜੁਰਮ ਕਰੀਏ ਤੇ ਬੰਦਾ ਫੜਿਆ ਨਹੀਂ ਜਾਂਦਾ ਇਸ ਗੱਲ ਨਹੀਂ ਫੜਿਆ ਤੇ ਜਾਂਦਾ ਕੋਈ ਨਹੀਂ ਗੱਲ ਫੜਿਆ ਜਾਂਦਾ ਕੁਰਾਨ ਜੀ ਤੇ ਲਿਖਿਆ ਹੋਇਆ ਕਤਲ ਕਦੇ ਛੁਪਦਾ ਨਹੀਂ ਹੈ ਤੇ ਜੇ ਹੱਕ ਤੇ ਕੀਤਾ ਹੋਏ ਤੇ ਨਹੀਂ ਵੀ ਲੱਭਦਾ ਜੇ ਬੇਹੱਕ ਕੀਤਾ ਹੋਏ ਤੇ ਫਿਰ ਲੱਭ ਜਾਂਦਾ ਬਕੌਲ ਤੇਰੇ ਤੂੰ ਹੱਕ ਤੇ ਕੀਤਾ ਮੈਂ ਹੱਕ ਤੇ ਕੀਤਾ ਤੈਨੂੰ ਦਿਲੀ ਤਸਕੀਨ ਮਿਲੀ ਸੀ ਜਦੋਂ ਉਸ ਬੰਦੇ ਨੂੰ ਕਤਲ ਕੀਤਾ ਦਿਲੀ ਤੌਰ ਤੇ ਤੈਨੂੰ ਸਕੂਨ ਮਿਲਿਆ ਸੀ दिली तौर मैंने डर ही सी डर सी अच्छा नाज़रीन ये कहानी है इस नौजवान की इस नौजवान से हमारी कोई ज़ाती मुखालफत नहीं कोई हमारी ज़ाती दुश्मनी नहीं ऐसे तल्ख लहजे में बात करना कोई हम इससे कोई अपना कोई पंजाबी में वो कहते हैं ना कीड़ हम कीड़ नहीं निकाल रहे मकसद ये है कि आप तक अवेयरनेस पहुँचाएँ कि अब बकौल इसके कि पाकिस्तान के अंदर अब नौजवानों की इज्जत भी महफूज नहीं ये कह रहे मैंने अपनी इज्जत की खातिर उसका कत्ल किया है अब यहाँ पर वजह यह है कि इसके वालदैन की नाअहली है अगर वालदैन इसको कंट्रोल में रखते अगर वालदैन की इसके ऊपर कड़ी नज़र होती तो ये शख्स आज इन हथकड़ियों में ना जकड़ा होता और आज ये इतना सीना तान के ना कहता कि मैंने कत्ल किया है असी वटू होने फिर किए मैं छोटी जाना है अगर वालदैन अपने बच्चों को इन सारी चीज़ों की तरबियत दें कि कत्ल जुर्म जैसा भी हो इंसान पकड़ा जाता है और एक ना एक दिन उसने एक्सपोज होना होता है आज ये नौजवान आज भी इसकी आंखों में
नदामत नहीं है, ये शर्मिंदा नहीं है, इसको यही नहीं पता कि आगे नेक्स्ट मेरे साथ क्यों क्या होना है। इसको तो अभी तक पता ही नहीं कि कानून क्या चीज़ होती है और आगे इसने ज़िंदगी गुजारनी है। अभी तो इसके पर निकले थे और निकलते सार इसके पर कट चुके हैं क्योंकि ये हथकड़ियों में जकड़ा गया। इस वीडियो से सीखिएगा, और अगर आपके साथ किस तरह का इंसिडेंट होता है, अगर आपके साथ किस तरह का वाक़या होता है, तो अपने गुस्से को कंट्रोल करें। कानून बड़ा है, अगर ये शख्स उस टाइम बर्दाश्त कर जाता, कानूनी आसरा लेता, तो आज इसकी जगह वो शख्स यहाँ पर खड़ा होता और ये मदई होता। आज ये मुजरिम है और उसके घर वाले इसके मदई हैं। इस वीडियो से आप क्या सीखते हैं, अपनी कीमती राय का इज़हार ज़रूर कीजिएगा। देखते रहिए अमन पॉइंट। अल्लाह निगहबान।